हाँ जी भाई, मैं भाई जी जसपाल सिंह भंडारी इंजीनियर कारपोरेशन फौजी चौक बठिंडा ड्राइव लाई है जी। अज तरीक हैगी 14/11/2023। सिंगल तो 3 ड्राइव लाई है जी। नौहर वकांसी की चल रही है जी 20 ते। ਚੱਕਰ ਹੈਗੇ ਜੀ 579 80 ਅੰਪੇਅਰ 5 ਹੈ ਜੀ। ਇਹ ਸਿੰਗਲ ਫੇਸ ਦੇ ਅੰਪੇਅਰ ਹੈ ਜੀ। ਮੋਟਰ ਦਾ ਅੰਪੇਅਰ ਹੈਗਾ ਜੀ ਸਿਰਫ 1। ਨਾਲ ਸਰਬੋ ਸਟੈਪਲਾਈਜ਼ਰ ਲਾਇਆ ਜੀ। हाँ जी सर। सर मैं भंडारी इंजीनियरिंग कारपोरेशन बठिंडा तो शर्मिंदर सिंह जुल्का अज 14/11/2023 दिन मंगलवार ਨੂੰ ਤੁਹਾਡੇ ਇੱਥੇ ਨਵਾਂ ਪੱਠਾ ਜਿਹੜਾ ਤੁਸੀਂ ਹਾਈ ਡਰਾਫਟ ਕੀਤਾ ਹੈਗਾ ਫਫਾਨਾ ਡਿਸਟ੍ਰਿਕਟ ਤੁਹਾਡਾ ਪੈਂਦਾ ਹੈਗਾ ਨੌਹਰ ਹਨੂਮਾਨਗੜ੍ਹ ਡਿਸਟ੍ਰਿਕਟ ਦੇ ਵਿੱਚ ਇਹ ਪੈਂਦਾ ਹੈਗਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਭਮ ਜੀ ਵਧਾਈ ਦਿੰਦਾ ਵੀ ਤੁਸੀਂ ਇਹ ਹਾਈ ਡਰਾਫਟ ਪੱਠੇ ਦੇ ਉੱਤੇ ਕੰਮ ਸ਼ੁਰੂ ਕੀਤਾ ਔਰ ਇਹਦੇ ਵਾਸਤੇ ਸਾਨੂੰ ਅਪਰੋਚ ਕੀਤਾ। ਅਸੀਂ ਆਪਣੀ ਮੋਟਰ ਡਰਾਈਵ ਪੈਨਲ ਕੰਪਲੀਟ ਸਾਰਾ ਸੈੱਟ ਤੁਹਾਡੇ ਇੱਥੇ ਲਾਇਆ ਹੈਗਾ। ਤੁਸੀਂ ਕਈ ਥਾਂ ਤੇ ਗਏ ਜਾ ਕੇ ਤੁਸੀਂ ਦੇਖਿਆ ਵੀ ਸਿਸਟਮ ਨੂੰ ਅਪਰੋਚ ਵੀ ਕੀਤਾ। ਮੈਂ ਵੀ ਤੁਹਾਨੂੰ ਥੋੜੇ ਦਿਨ ਪਹਿਲਾਂ ਮਿਲ ਕੇ ਗਿਆ ਸੀਗਾ ਆ ਕੇ ਤੇ ਇਹ ਸਾਰਾ ਕਰਨ ਤੋਂ ਬਾਅਦ ਅੱਜ ਆਪਾਂ ਇਹ ਫਾਈਨਲ ਸਟੇਜ ਕੀਤੀ ਹੈ। ਅੱਜ ਤੁਸੀਂ ਅੱਗ ਦੇਣੀ ਸੀ ਤੇ ਅੱਜ ਆਪਾਂ ਤੁਹਾਡੇ ਪੱਠੇ ਦੇ ਉੱਤੇ ਆਪਾਂ ਇਹ ਸਾਰਾ ਸਿਸਟਮ ਲਾਤਾ। ਹੁਣ ਦੇਖੋ ਤੁਸੀਂ ਇਹ सिस्टम ਤੁਹਾਡਾ शुरू हो गया। तुसी मिस्त्री जी मैं अपना संतोष जी आपको बताता हूँ क्योंकि आपने पहले भी 3 फेज भट्टों पे काम किया। आप बता रहे थे मेरे को एलनाबाद भट्टे पे हम मिले थे तो वहाँ पे आपने काम किया। ये शिव जी हैं और ये अपना अजय जी हैं। तो क्या बात है मैं आपको कुछ बातें ऐसी बताऊँगा बेटा जो आपको ही करनी है, दूसरे बंदे को नहीं छेड़ने देना इसको, ठीक है ना। ये क्या ये जो पैनल है ये जो ड्राइव लगी है जो इसको मोटर को चला रही है मैं इसके बारे में आपको समझाता हूँ। सब तो पहला तो सर इदा है भी ਜਿਹੜੀ ਤੁਸੀਂ ਇਹ ਸਿਸਟਮ ਲਵਾਇਆ ਹੈਗਾ ਮੈਂ ਤੁਹਾਨੂੰ ਇਹਦੇ ਫਾਇਦੇ ਦੱਸ ਦਿੰਦਾ ਪਹਿਲਾਂ ਜੀ। ਇਹਨਾਂ ਨੂੰ ਆਪਾਂ ਬਾਅਦ ਚੋਂ ਸਮਝਾਉਂਦੇ ਆ। ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਆਣਾ ਤੁਹਾਨੂੰ ਦੇਖੋ ਇਹਦਾ ਜਿਹੜਾ ਕਿਉਂਕਿ ਤੁਸੀਂ ਹੁਣ ਹਾਈ ਡਰਾਫਟ ਤੇ ਕੰਮ ਕਰਦੇ ਹੋ ਇਹ ਪਹਿਲਾ ਚਾਂਸ ਹੋਇਆ ਤੁਹਾਡੇ ਮੋਟਰ ਲੱਗੀ ਹੈਗੀ ਹੈ ਔਰ ਤੁਸੀਂ ਨਾਲ ਦੇਖੋ ਡੀਜ਼ਲ ਵੀ ਰੱਖਿਆ ਇੰਜਨ ਵੀ ਰੱਖਿਆ ਹੈਗਾ ਨਾਲ ਮੋਟਰ ਵੀ ਰੱਖੀ ਹੈਗੀ ਹੈ। ਹੁਣ ਜਿਹੜਾ ਮੋਟਰ ਦੇ ਕੰਮ ਕਰਨਾ ਮੋਟਰ ਦਾ ਤੁਹਾਡਾ ਐਵਰੇਜ ਤੁਹਾਨੂੰ ਕਿਹਾ ਹੈਗਾ ਵੀ ਤੁਹਾਡਾ ਜਿਹੜਾ ਬਿੱਲ ਹੈਗਾ ਉਹ 10,000 ਤੋਂ 12,000 ਦੇ ਵਿੱਚ ਮਹੀਨੇ ਦਾ ਆਇਆ ਕਰੂਗਾ ਜੀ। ਪਰ ਜੇ ਇਹੀ ਪੱਠਾ ਆਪਣਾ ਇੰਜਨ ਤੇ ਚੱਲਦਾ ਜੀ ਜਿਵੇਂ ਇੰਜਨ ਤੁਸੀਂ ਰੱਖਿਆ ਹੈਗਾ ਇੰਜਨ ਤੇ ਆਪਾਂ ਸਟਾਰਟਿੰਗ ਕੀਤੀ ਹੈ ਜੇ ਇੰਜਨ ਤੇ ਚੱਲਦਾ ਫਿਰ ਤੁਹਾਡਾ ਘੱਟੋ ਘੱਟ ਵੀ ਨਾ ਕਰਦੇ 13 ਤੋਂ 1500 ਰੁਪਇਆ ਰੋਜ਼ ਦੀ ਐਵਰੇਜ ਜਿਹੜੀ ਡੀਜ਼ਲ ਦੀ ਬਲਦੀ ਹੈ ਔਰ 45 ਤੋਂ 50,000 ਰੁਪਏ ਮਹੀਨੇ ਦੀ ਇਹਦਾ ਖਰਚਾ ਵੱਧਦਾ ਹੈਗਾ। ਸਭ ਤੋਂ ਵੱਡਾ ਬੈਨੀਫਿਟ ਮੈਂ ਦੇਖਿਆ ਹੈਗਾ ਪੱਠੇ ਵਾਲਿਆਂ ਨੂੰ ਪੈਂਦਾ ਹੈਗਾ ਫਿਊਲ ਦਾ ਚਾਹੇ ਉਹ ਕੋਲਾ ਹੋਵੇ ਚਾਹੇ ਉਹ ਧੂਣਾ ਹੋਵੇ ਚਾਹੇ ਉਹ ਡੀਜ਼ਲ ਹੋਵੇ ਕੁਝ ਵੀ ਹੋਵੇ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਪੱਠੇ ਵਾਲਿਆਂ ਨੂੰ ਇਸ ਗੱਲ ਦਾ ਪੈਂਦਾ ਹੈ। ਔਰ ਇਸ ਦੇ ਵਿੱਚ ਤੁਹਾਡੀ ਬੱਚਤ ਤੁਹਾਨੂੰ ਸਾਫ਼-ਸਾਫ਼ ਨਜ਼ਰ ਤੁਹਾਨੂੰ ਹੁਣੀ ਤੋਂ ਆ ਰਹੀ ਹੈ ਵੀ ਕਿਉਂਕਿ ਪ੍ਰੈਕਟੀਕਲ ਜਦੋਂ ਤੁਸੀਂ ਹਾਲੇ ਹੋ ਸਕਦਾ ਮੇਰੀਆਂ ਗੱਲਾਂ ਤੇ ਥੋੜਾ ਘੱਟ ਵਿਸ਼ਵਾਸ ਕਰੋ ਪਰ ਜਦੋਂ ਤੁਸੀਂ ਇਹਨੂੰ ਪ੍ਰੈਕਟੀਕਲ ਕਰੋਗੇ ਤੁਹਾਡੇ ਕੋਲ ਮਹੀਨੇ ਬਾਅਦ ਬਿੱਲ ਆਊਗਾ ਤਾਂ ਤੁਹਾਨੂੰ ਵਿਸ਼ਵਾਸ ਹੋ ਜਾਊਗਾ ਵੀ ਸਰਦਾਰ ਜੀ ਜੋ ਗੱਲ ਕਰਕੇ ਗਏ ਸੀ ਉਹ ਸਹੀ ਗੱਲ ਕਰਕੇ ਗਏ ਸੀਗੇ। ਆਪਣਾ ਵੱਡਾ ਭਰਾ ਵਿਵੇਕ ਵਿੱਚ ਨਹੀਂ ਹੈਗਾ ਵਿਕਾਸ ਜੀ ਨਹੀਂ ਹੈਗੇ ਹੈ ਕਿਉਂਕਿ ਉਹਨਾਂ ਨੇ ਮੇਰੇ ਨਾਲ ਬਹੁਤ ਡਿਬੇਟ ਕੀਤੀ ਹੈ ਇਹਦੇ ਉੱਤੇ ਬਹੁਤ ਹਰ ਵਾਰ ਆ ਕੀਤੀ ਹੈ ਤੇ ਮੈਂ ਉਹਨਾਂ ਦਾ ਮੂੰਹ ਬੰਦ ਕਰਾਤਾ ਮੈਂ ਕਿਹਾ ਵੀ ਹੁਣ ਤੁਸੀਂ ਮੂੰਹ ਤੇ ਉਂਗਲ ਰੱਖ ਲਓ ਸਾਨੂੰ ਕੰਮ ਕਰਨ ਦਿਓ ਉਦੋਂ ਬਾਅਦ ਆਪਾਂ ਦੇਖਾਂਗੇ ਜਦੋਂ ਕੰਮ ਨਹੀਂ ਹੋਊਗਾ ਤੇ फर्स्ट टाइम कोई चीज लगाते हैं तो मन में ਤਾਂ ਮਨ ਦੇ ਵਿੱਚ ਡਰ ਪੈ ਹੁੰਦਾ ਹੈਗਾ। ਬਿਲਕੁਲ ਸਹੀ ਗੱਲ ਹੈ ਤੁਹਾਡੀ ਥਾਂ ਤੇ ਮੈਂ ਵੀ ਹੁੰਦਾ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਰਦਾ ਪਰ ਮੈਨੂੰ ਖੁਸ਼ੀ ਹੈ ਵੀ ਮੇਰੇ ਭਰਾ ਨੇ ਮੇਰਾ ਕਹਿਣਾ ਮੰਨਿਆ, ਠੀਕ ਹੈ ਨਾ। ਨੰਬਰ 1 ਹੁਣ ਨੰਬਰ 2 ਇੱਕ ਹੋਰ ਵੱਡੀ ਗੱਲ ਤੁਹਾਨੂੰ ਮੈਂ ਇਹਦੇ ਨਾਲ ਦੱਸਦਾ। ਹੁਣ ਜਿਹੜਾ ਤੁਸੀਂ ਇਹਦੇ 'ਚ ਗੂਣਾ ਬਾਲੋਗੇ ਕਿਉਂਕਿ ਮੈਨੂੰ ਲੱਗਦਾ ਨਹੀਂ ਮੈਂ ਕੋਲਾ ਕਿਤੇ ਦੇਖਿਆ ਨਹੀਂ ਕੋਲਾ ਬਾਲ ਦਿਓ ਗੂਣਾ ਹੀ ਬਾਲ ਦਿਓ ਤੇ ਗੂਣੇ ਦੇ ਵਿੱਚ ਵੀ ਜਿਹੜੀ ਇਹਦੇ 'ਚ ਤੁਹਾਨੂੰ ਬੱਚਤ ਹੋਣੀ ਹੈ ਉਹ ਕਿਵੇਂ ਹੋਣੀ ਹੈ। ਗੂਨੇ ਦਾ ਜਿਵੇਂ ਮੰਨ ਲਓ ਤੁਹਾਡਾ 50,000 ਦਾ ਰੋਜ਼ ਦਾ ਗੁਣਾ ਲੱਗਦਾ ਹੈ ਇੰਨਾ ਕੁ ਲੱਗ ਜਾਂਦਾ ਐਵਰੇਜ 50,000 ਦਾ ਗੁਣਾ 50,000 ਦਾ ਤੇ ਯਾਨੀ ਕਿ ਕਹਿਣਾ ਮਤਲਬ 5 ਤੇ 15 ਯਾਨੀ ਕਿ ਕਰੋ 50 ਲੱਖ ਰੁਪਏ ਦੇ ਮਹੀਨੇ ਦਾ ਤੁਹਾਡਾ ਗੂਣਾ ਹੋ ਗਿਆ ਜੀ।
ਤੇ ਉਹਦੇ ਚੋਂ ਵੀ ਜੇ 5% ਵੀ ਤੁਸੀਂ ਬਚਤ ਲਾਉਂਦੇ ਹੋ ਤਾਂ ਤੁਹਾਡਾ 3000 ਤੋਂ ਲੈ ਕੇ 5000 ਰੁਪਏ ਤੱਕ ਰੋਜ਼ ਦਾ ਤੁਹਾਡੀ ਜੇਬ ਚ ਆਣਾ ਜੇ। ਯਾਨੀ ਕਿ ਸਮਝ ਲਓ 40-45 ਹਜ਼ਾਰ ਰੁਪਏ ਤੁਹਾਨੂੰ ਉੱਥੋਂ ਬਚਣਾ ਹੈ। ਨੰਬਰ 3 ਸਭ ਤੋਂ ਜ਼ਰੂਰੀ ਜਿਹੜਾ ਹੈਗਾ ਤੁਹਾਡੀ ਇੱਟ ਦੀ ਕੁਆਲਿਟੀ। ਹੁਣ ਤੁਸੀਂ ਦੇਖੋਗੇ ਪੱਠਿਆਂ ਦੀ, ਕਿਉਂਕਿ ਪਹਿਲਾਂ ਤੁਸੀਂ ਨਾਰਮਲ ਪੱਠੇ ਦੇ ਕੰਮ ਕੀਤਾ, ਹੁਣ ਤੁਸੀਂ ਹਾਈ ਡਰਾਫਟ ਪੱਠੇ ਤੇ ਔਰ ਵਧੀਆ ਫੋਰਮੈਨ ਲੈ ਕੇ ਕਰ ਰਹੇ ਹੋ। ਜਿਹੜਾ ਇਹ ਫੋਰਮੈਨ ਹੈ ਸਤੀਸ਼ ਸੰਤੋਸ਼, ਇਹਨੇ ਬਹੁਤ ਵਧੀਆ, ਕਿਉਂਕਿ ਇਹਨੂੰ 3 ਫੇਸ ਤੇ ਕੰਮ ਕਰਨ ਦਾ ਪਤਾ ਹੈ, ਹਾਈ ਡਰਾਫਟ ਪੱਠੇ ਦੇ ਕੰਮ ਕਿਵੇਂ ਕਰਨਾ ਹੈ। ਤੁਹਾਡੀ ਇੱਟ ਦੀ ਜਿਹੜੀ ਕੁਆਲਿਟੀ ਹੈ ਅੱਗੇ ਨਾਲੋਂ ਬਹੁਤ ਬਿਹਤਰ ਹੋ ਜੂਗੀ। ਔਰ ਜਿਹੜੀ ਖੰਗਰ ਪਿੱਲਰ ਵਿੱਚੋਂ ਤੁਹਾਨੂੰ ਪਤਾ ਵਿੱਚੋਂ ਨਿਕਲਦੀ ਹੈ ਐਵਰੇਜ, ਕਈ ਵਾਰੀ ਕਾਫੀ ਨਿਕਲਦੀ ਹੈ, ਕਈ ਵਾਰੀ ਘੱਟ ਨਿਕਲਦੀ ਹੈ, ਉਹਦੀ ਜਿਹੜੀ ਤਾਦਾਦ ਹੈ। ठीक कह रहा हूँ ना मैं संतोष जी, सही बात कर रहा हूँ, गलत तो नहीं कर रहा कुछ। हाँ, तो ਉਹਦੀ ਕੁਆਲਿਟੀ ਜਿਹੜੀ ਹੈ ਘੱਟ ਜੂਗੀ, ਉਹਦਾ ਵੀ ਤੁਹਾਨੂੰ ਖਰਚਾ ਯਾਨੀ ਕਿ ਜਿਹੜਾ ਪੈਂਦਾ ਸੀਗਾ ਉਹ ਵੀ ਪੈ ਜਾਊਗਾ। ਯਾਨੀ ਕਿ ਆਪਾਂ ਨੂੰ ਪ੍ਰੋਫਿਟ ਵੱਲ ਜ਼ਿਆਦਾ ਆਪਾਂ ਨੂੰ ਕੁਝ ਸਿਸਟਮ 'ਚ ਪਤਾ ਲੱਗੂ, ਕਿਉਂਕਿ ਆਪਾਂ ਜਦੋਂ ਹਾਈ ਡਰਾਫਟ 'ਚ ਕੰਮ ਕਰਾਂਗੇ। ਨੰਬਰ 4 ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ, ਯਾਨੀ ਕਿ ਇਹਦੇ ਵਿੱਚ ਤੁਹਾਨੂੰ ਪਤਾ ਸਿਰਫ ਤੁਸੀਂ ਔਨ ਆਫ ਹੀ ਕਰਨਾ ਹੈਗਾ। अंदर का बक्सा खोल के अंदरों किसी चीज को नहीं छेड़ना है। ठीक है ना बाबू, मेरी बात समझ रहे हो ना आप? क्योंकि अगर अंदर से कुछ छेड़ दिया, मेरी बात ध्यान से सुन लो, कुछ अंदर से आपने ड्राइव से पंगा कर दिया, कुछ उल्ट पुल्ट कर दिया, उसको छेड़ दिया, तो अपने बाबूजी की जेब ढीली करवा देना। फिर वो 10-15 हज़ार रुपया, मैं मजाक नहीं कर रहा, मैं हकीकत की बात बता रहा हूँ। वो 15-20 हज़ार रुपया उस पर खर्चा आ जाता है, क्योंकि यहाँ से दिल्ली जाएगी, दिल्ली से पूना जाएगी, तो जैसा फॉल्ट होगा वैसा ही खर्चा लगेगा। ठीक है ना? आपने अंदर की कोई चीज नहीं छेड़नी। अगर कुछ ऐसी कोई प्रॉब्लम आती है तो हमें फोन करना है, हम उसको आके भी करेंगे और आपका फोन पे भी सोल्यूशन निकलवा के देंगे, उसको ठीक करा के देंगे। ठीक है ना? और आपने एक ऑन ऑफ, 2 चीजें ये होगी। तीसरा आपका जो रेगुलेटर लगा हुआ है ना, जो पक्के का आपके घर में पक्का लगा, कम कर दिया, तेज कर दिया, उससे तेज फिर होली कर दिया, वैसे ही ये है। इसके चक्कर घटाने बढ़ाने के लिए वो लगा हुआ है, जो वो रेगुलेटर है। आपका काम सिर्फ रेगुलेटर और ऑन ऑफ, ये 3 चीजों का काम है। चौथी चीज आप कोई भी नहीं छेड़ोगे। ठीक है ना बाबूजी? इसके बाद भी अगर आपको कुछ नहीं पता चलता तो आप हमसे जब मर्जी पूछ सकते हो। ठीक है ना? अगर आपको कुछ अच्छा लगे तो हमें बताओ, अगर नहीं लगता, कुछ लगता है कोई ऐसी गड़बड़ है या कुछ है तो भी हमें बताओ, ताकि हम आपको दिक्कत परेशानी ना आने दें। ये हमने कम से कम भी आज तक जो लगा के पिछले साल से, क्योंकि ये जो सिंगल फेस की मोटर है ये पिछले साल दिसंबर में लॉन्च हुई थी, और आज तक हमने ज़्यादा से ज़्यादा 100, लगभग 100 के करीब लगा दी होगी, और किसी भट्टे से हमें कोई शिकायत नहीं आई। हाँ, वो खुदा ना खासा वो हमें बताया ही ना, तो उसमें हमारा तो कोई कसूर नहीं ना। अगर किसी को दिक्कत है वो हमें बता ही नहीं रहा, भी हमें दिक्कत है जी, हमारा ठीक करके जाओ, हमारा कोई सोल्यूशन निकालो, उसमें हमारा कोई फॉल्ट तो नहीं ना। ठीक कह रहे ना जी? मैं ਜੇ ਅਗਲਾ ਦੱਸਦਾ ਹੀ ਨਹੀਂ ਤਾਂ ਸਾਡਾ ਕੋਈ ਕਸੂਰ ਨਹੀਂ, ਤੇ ਜੇ ਸਾਨੂੰ ਦੱਸੋਗੇ ਅਸੀਂ ਨਾ ਕਰੀਏ ਫਿਰ ਸਾਡੀ ਗਲਤੀ ਹੈ, ਫਿਰ ਅਸੀਂ ਆਪਣੀ ਗੱਲ ਮੰਨਣ ਵਾਸਤੇ ਤਿਆਰ ਹਾਂ। ਠੀਕ ਹੈ ਨਾ? ਮੈਂ ਤੁਹਾਡਾ ਬਹੁਤ ਬਹੁਤ ਦੁਆਰ ਤੋਂ ਧੰਨਵਾਦ ਕਰਦਾ ਵੀ ਤੁਸੀਂ ਬਹੁਤ ਵਧੀਆ ਚੀਜ਼ ਨੂੰ ਚੁਣਿਆ ਹੈਗਾ, ਔਰ ਤੁਸੀਂ ਮੇਰੇ ਭਰਾ ਵਿਵੇਕ ਨੂੰ ਵੀ ਦੁਆਰ ਤੋਂ ਕਹਿ ਦੇਣਾ ਵੀ ਦਿਲ ਛੋਟਾ ਨਾ ਕਰੇ, बहुत बढ़िया चीज लवाई है उन्हें। मैं तो गारंटी नाल अपने जी बढ़िया चलेगी तो हम 10 जनों को रिकमेंड करेंगे, आपको इस एरिया में और बुलाएंगे, मैं बुलाते रहेंगे। भाई साहब मेरी बात सुनो, मैं आपको गलत चीज क्यों लगा के दूंगा? मैं आपको बढ़िया लगा के दूंगा, आपको मैंने अपना बनाया है, आपको वापस बुलाएंगे। हाँ, और मैंने 10 और आपसे केस लेने हैं, यहाँ पे लगवाना है, तभी हमारा बिजनेस चलेगा ना। एक दूसरे की बाह पकड़ के चलेंगे तो हमारा काम चलेगा। अगर हमने एक बार लगा दी, पैसे ले लिए, बात खत्म होगी, आप कौन मैं कौन, आप दूसरी बार हमारी बात ही नहीं करोगे किसी से, कहोगे नहीं नहीं भाई जी उनसे मत लगाना, वो ठग है। हमारी आपने बात की, किसी ने हमें हमारी कोई नेगेटिव रिपोर्ट दी है भी हमने फोन किया वो आए नहीं, किसी ने ट्राई किया, काफी बट्टों में पूछा जहाँ पे आपका ड्राइव लगा हुआ है, उन्होंने सबने बोला कि हमारी अब तक सही चल रही है, कोई प्रॉब्लम नहीं, कोई प्रॉब्लम नहीं है। बिल्कुल बिल्कुल, आपकी भी सही चलेगी। परमात्मा करे आपका ये जो आज काम चला है, भगवान करे, वाहिगुरु जी करन कृपा करन, ये ऐसे तरह चले, क्योंकि जे चंगा चलूगा साडा काम भी चलूगा, साडा काम भी चलूगा तो तुहाडा काम भी चलूगा, आपका भी नाम होगा। कि सही बात कर रहे हो ना संतोष जी, आपने ईट बढ़िया बनाई है जी, तो आपका नाम होगा। ठीक है ना जी? तो आपकी भी पगार बढ़ेगी। ठीक है ना? तो आप मन लगा के बढ़िया काम बाबू जी को करके दिखाओ इस भट्टे पे। ठीक है ना? हमारा भी फायदा होगा, तुम्हारा भी फायदा होगा, बाबू जी की जेब तो भरेगी भरेगी। ठीक है ना जी? और अगर मैं कुछ गलत बोल गया हूँ तो मैं उसके लिए माफी चाहता हूँ। और एक बात और, ये जो आप लगाते हो ना, ये क्या ना
की कहते हैं जसपाल, चाबी। हाँ, ये चाबी निकाल देना, क्योंकि जहाँ पे मोटर लगती है, ये ड्राइव लगती है, वहाँ पे चाबी का काम खत्म हो जाता है। इसमें चक्कर मतलब कम ज्यादा कर लें बस इनके साथ। हाँ, वो ਇਹਦੇ ਨਾਲ ਹਿਸਾਬ ਨਾਲ ਹੋ ਜਾਣਗੇ। ਚਾਬੀ ਕੱਢ ਦੇਣਾ ਤੁਸੀਂ, ਚਾਬੀ ਨਾ ਲਾਣਾ, ਕਿਉਂਕਿ ਜੇ ਚਾਬੀ ਵੀ ਲਾਓਗੇ ਇਹ ਵੀ ਕੰਮ ਕਰੋਗੇ ਫਿਰ ਇਹਦਾ ਤੁਹਾਨੂੰ ਰਿਜ਼ਲਟ ਨਹੀਂ ਪਤਾ ਲੱਗਣਾ। ਚਾਬੀ ਕੱਢ ਦੇਣਾ ਤੇ ਇਹਦੇ ਨਾਲ ਕਰਨਾ। ਹੋਰ ਤੁਹਾਨੂੰ ਕੁਝ ਪੁੱਛਣਾ, ਕੋਈ ਗੱਲਬਾਤ ਪੁੱਛਣੀ ਹੈ ਮੈਨੂੰ ਦੱਸ ਦਿਓ। ਠੀਕ ਹੈ ਜੀ, ਓਕੇ ਹੈ, ਚਲੋ ਧੰਨਵਾਦ ਜੀ, ਸਤਿ ਸ੍ਰੀ ਅਕਾਲ।